प्यारे विद्यार्थियों, ਅਸੀਂ ਪਹਿਲਾਂ ਵਿਆਕਰਨ ਦੇ ਵਿੱਚ ਸ਼ਬਦ ਦੇ ਭੇਦਾਂ ਬਾਰੇ ਪੜ੍ਹ ਰਹੇ ਹਾਂ। ਇਸ ਦੇ ਵਿੱਚ ਅਸੀਂ ਪੜ੍ਹ ਚੁੱਕੇ ਹਾਂ ਨਾਂਵ, ਪੜ੍ਹਨਾਂਵ। ਤੁਹਾਨੂੰ ਪਤਾ ਹੀ ਹੈ, ਨਾਂਵ ਕਿਸੇ ਵੀ ਵਿਅਕਤੀ, ਸਥਾਨ, ਵਸਤੂ, ਜੀਵ, ਜਾਤੀ ਜਾਂ ਗੁਣ, ਹਾਲਤ ਆਦਿ ਦਾ ਬੋਧ ਕਰਵਾਉਣ ਵਾਲੇ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਅਤੇ ਜੋ ਸ਼ਬਦ ਨਾਂਵ ਦੀ ਥਾਂ 'ਤੇ ਵਰਤੇ ਜਾਂਦੇ ਹਨ ਉਹਨਾਂ ਨੂੰ ਪੜ੍ਹਨਾਂਵ ਕਹਿੰਦੇ ਹਨ। ਹੁਣ ਅਸੀਂ ਸ਼ਬਦ ਭੇਦਾਂ ਦੀ ਅਗਲੀ ਕਿਸਮ ਕਿਰਿਆ ਬਾਰੇ ਪੜ੍ਹਾਂਗੇ। ਸਾਡਾ ਅੱਜ ਦਾ ਵਿਸ਼ਾ ਹੈ ਕਿਰਿਆ। ਸਭ ਤੋਂ ਪਹਿਲਾਂ ਅਸੀਂ ਜਾਣਾਂਗੇ ਕਿ ਕਿਰਿਆ ਕਿਸ ਨੂੰ ਕਹਿੰਦੇ ਹਨ। ਕਿਰਿਆ ਦੀ ਪਰਿਭਾਸ਼ਾ ਕੀ ਹੈ? ਬੱਚਿਓ, ਕਿਰਿਆ ਦਾ ਸਧਾਰਨ ਜਿਹਾ ਅਰਥ ਹੈ ਕੰਮ। ਕਿਰਿਆ ਤੋਂ ਭਾਵ ਹੈ ਕੰਮ। ਜਿਹੜੇ ਸ਼ਬਦਾਂ ਤੋਂ ਕਿਸੇ ਕੰਮ ਦੇ ਕਰਨ ਜਾਂ ਹੋਣ ਦਾ ਬੋਧ ਹੁੰਦਾ ਹੈ, ਉਸ ਨੂੰ ਕਿਰਿਆ ਆਖਦੇ ਹਨ। ਹਾਂਜੀ ਬੱਚਿਓ, ਇਹ ਹੈ ਕਿਰਿਆ ਦੀ ਪਰਿਭਾਸ਼ਾ। ਵਿਆਕਰਨ ਦੇ ਅਨੁਸਾਰ ਜਿਹੜੇ ਸ਼ਬਦ ਵਾਕ ਦੇ ਵਿੱਚ ਸਾਨੂੰ ਕਿਸੇ ਕੰਮ ਦੇ ਹੋਣ ਜਾਂ ਕਰਨ ਦਾ ਗਿਆਨ ਦਿੰਦੇ ਹਨ ਉਹਨਾਂ ਨੂੰ ਅਸੀਂ ਕਿਰਿਆ ਸ਼ਬਦ ਆਖਦੇ ਹਾਂ। ਬੱਚਿਓ, ਮੈਂ ਵਾਰ-ਵਾਰ ਤੁਹਾਨੂੰ ਇਹ ਗੱਲ ਦੁਹਰਾ ਰਹੀ ਹਾਂ ਕਿ ਕਿਰਿਆ, ਨਾਂਵ, ਪੜ੍ਹਨਾਂਵ ਇਹ ਕੀ ਹਨ? ਇਹ ਸ਼ਬਦਾਂ ਦੇ ਪ੍ਰਕਾਰ ਹਨ, ਸ਼ਬਦਾਂ ਦੇ ਰੂਪ ਹਨ। ਜਦੋਂ ਅਸੀਂ ਵਾਕ ਦੇ ਵਿੱਚ ਕਿਰਿਆ ਦੀ ਪਛਾਣ ਕਰਨੀ ਹੈ ਜਾਂ ਨਾਂਵ ਪੜ੍ਹਨਾਂਵ ਦੀ ਪਛਾਣ ਕਰਨੀ ਹੈ ਤਾਂ ਇਸ ਤੋਂ ਭਾਵ ਹੈ ਕਿ ਅਸੀਂ ਵਾਕ ਦੇ ਵਿੱਚ ਉਸ ਸ਼ਬਦ ਨੂੰ ਪਛਾਣਨਾ ਹੈ ਕਿ ਕਿਹੜਾ ਸ਼ਬਦ ਨਾਂਵ ਹੈ, ਪੜ੍ਹਨਾਂਵ ਹੈ ਜਾਂ ਕਿਰਿਆ ਹੈ। ਤਾਂ ਅਸੀਂ ਜੇ ਕਿਰਿਆ ਦੀਆਂ ਉਦਾਹਰਨਾਂ ਦੇਖੀਏ, ਉਦਾਹਰਨ ਇਸ ਦੇ ਵਿੱਚ ਅਸੀਂ ਆਪਣੇ ਸਰੀਰ ਦੀ ਹਰ ਛੋਟੀ ਤੋਂ ਛੋਟੀ ਹਿਲਜੁਲ ਤੋਂ ਲੈ ਕੇ ਵੱਡੇ ਤੋਂ ਵੱਡੇ ਕੰਮ ਦੀ ਉਦਾਹਰਨ ਲੈ ਸਕਦੇ ਹਾਂ। ਜਿਵੇਂ ਚੱਲਣਾ, ਸੌਣਾ, ਉੱਠਣਾ, ਖਾਣਾ, ਪੀਣਾ, ਹੱਸਣਾ, ਰੋਣਾ, ਜਾਣਾ, ਪੜ੍ਹਨਾ, ਲਿਖਣਾ, ਆਦਿ। ਇਹ ਕੁਝ ਕੁ ਸ਼ਬਦ ਨੇ। ਇਸ ਤੋਂ ਬਿਨਾਂ ਕਿਰਿਆ ਦੀਆਂ ਅਨੰਤ ਉਦਾਹਰਨਾਂ ਹੋ ਸਕਦੀਆਂ ਹਨ। ਜੋ ਵੀ ਤੁਸੀਂ ਕਿਸੇ ਵੀ ਕੰਮ ਨੂੰ ਕਿਰਿਆ ਦੀ ਉਦਾਹਰਨ ਦੇ ਰੂਪ ਵਿੱਚ ਲਿਖ ਸਕਦੇ ਹੋ। ਇਹਨਾਂ ਸ਼ਬਦਾਂ ਤੋਂ ਅਸੀਂ ਜੇ ਵਾਕ ਬਣਾਈਏ ਤਾਂ ਉਹ ਵਾਕਾਂ ਦੇ ਵਿੱਚ ਵਰਤ ਸਕਦੇ ਹਾਂ। ਜਿਵੇਂ ਬੱਚੇ ਖੇਡਦੇ ਹਨ, ਮਾਤਾ ਜੀ ਨੇ ਰੋਟੀ ਪਕਾਈ।
राजू इधर आ। सूरज पूरब विचों निकलदा है। सदा सच बोलो। सदा सच बोलो। हाँ जी बच्चों, इन्हां वाकां दे विच खेडदे, पकाई, आ, निकलदा ते बोलो ये लकीरे होए शब्द किरिया हन। हाँ जी बेटा, एक वारी दोहराई दे रूप विच आपां फिर तो देखते हाँ। किरिया तो भाव है काम। ਜਿਹੜੇ ਸ਼ਬਦਾਂ ਤੋਂ ਸਾਨੂੰ ਕਿਸੇ ਕੰਮ ਦਾ ਪਤਾ ਲੱਗਦਾ ਹੈ ਉਹਨਾਂ ਨੂੰ ਕਿਰਿਆ ਕਹਿੰਦੇ ਹਾਂ। ਜਿਵੇਂ ਕਿ ਇਹ ਉਦਾਹਰਨਾਂ ਹਨ। ਬੇਟਾ ਤੁਸੀਂ ਇਹ ਕਿਰਿਆ ਦੀ ਪਰਿਭਾਸ਼ਾ ਤੇ ਉਦਾਹਰਨਾਂ ਆਪਣੀ ਕਾਪੀ ਉੱਤੇ ਲਿਖਣੀਆਂ ਵੀ ਹਨ। ਅੱਗੇ ਅਸੀਂ ਚੱਲਦੇ ਹਾਂ ਕਿਰਿਆ ਦੀਆਂ ਕਿਸਮਾਂ ਉੱਪਰ। ਕਿਰਿਆ ਦੇ ਪ੍ਰਕਾਰ ਜਾਂ ਕਿਰਿਆ ਦੀਆਂ ਕਿਸਮਾਂ। ਕਿਰਿਆ ਦੇ ਪ੍ਰਕਾਰ। ਕਿਰਿਆ ਬੇਟਾ ਦੋ ਪ੍ਰਕਾਰ ਦੀ ਹੁੰਦੀ ਹੈ। ਉਹ ਕਿਹੜੇ-ਕਿਹੜੇ ਹਨ? ਕਿਰਿਆ दो किस्मां। पहली है अकर्मक किरिया। दूजी किस्म है सकर्मक किरिया। अकर्मक किरिया ਅਤੇ ਸਕਰਮਕ ਕਿਰਿਆ। ਇਹਨਾਂ ਦੋਨਾਂ ਕਿਸਮਾਂ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਦੋ ਸ਼ਬਦਾਂ ਦਾ ਪਤਾ ਹੋਣਾ ਜ਼ਰੂਰੀ ਹੈ। ਪਹਿਲਾ ਹੈ ਕਰਤਾ। ਕਰਤਾ ਕੀ ਹੁੰਦਾ ਹੈ? ਵਾਕ ਦੇ ਵਿੱਚ ਪਹਿਲਾ ਸ਼ਬਦ ਜੋ ਕਿਰਿਆ ਕਰੇ ਉਸਨੂੰ ਕਰਤਾ ਕਹਿੰਦੇ ਹਨ। ਜੋ ਕਿਰਿਆ करता है। ये शब्द हमेशा ही कोई नाम या पड़नाव ही होवेगा। क्योंकि क्रिया किसने करनी है? क्रिया कोई जीवित वस्तु ही करूगी। ठीक है, इस करके नाम या पड़नाम शब्द जो किरिया करता है उसनों असी कहते हाँ करता। जिमें कि असी जे वाक लिखिए तो असी लिखिए भी सुरजीत हाकी खेडदा है। तो इस वाक दे विच जे किरिया की पछाण करनी है तो किरिया की है? खेडदा। ते ये किरिया कीती किसने है? सुरजीत ने। ਤਾਂ ਇਹ ਹੈ ਕਰਤਾ ਤੇ ਇਹ ਹੈ ਕਿਰਿਆ। ਇਸੇ ਤਰ੍ਹਾਂ ਪੜਨਾਂਵ ਸ਼ਬਦ ਨਾਲ ਵੀ ਹੋ ਸਕਦਾ ਹੈ। ਜਿਵੇਂ ਕਿ ਉਹ ਪਾਠ ਪੜ੍ਹ ਰਹੇ ਹਨ। ਪਾਠ ਪੜ੍ਹ ਰਹੇ ਹਨ। ਇਸ ਵਾਕ ਦੇ ਵਿੱਚ ਕਿਰਿਆ ਕੀ ਹੈ? ਪੜ੍ਹ। ਤੇ ਕਰਤਾ कौन है? ओ। इस क्रिया नूं करन वाले कौन ने? ओ। तां यह है करता ते यह है
ਕਿਰਿਆ। ਤਾਂ ਬੇਟਾ ਸਾਨੂੰ ਕਰਤਾ ਦੀ ਪਛਾਣ ਹੋਣੀ ਚਾਹੀਦੀ ਹੈ ਕਿ ਵਾਕ ਦੇ ਵਿੱਚ ਕਰਤਾ ਕੌਣ ਹੈ। ਵਾਕ ਦਾ ਪਹਿਲਾ ਸ਼ਬਦ ਆਮ ਤੌਰ ਤੇ ਕਰਤਾ ਹੁੰਦਾ ਹੈ। ਉਸ ਤੋਂ ਬਾਅਦ ਜਿਹੜਾ ਇਹਦੇ ਅੰਦਰ ਸਾਨੂੰ ਦੂਜਾ ਸ਼ਬਦ ਚਾਹੀਦਾ ਹੈ ਉਹ ਹੈ ਕਰਮ। कर्म की है? कर्म है जिस ऊपर क्रिया क्रिया की जाती है। ਜਾਂ ਜਿਸ ਉੱਤੇ ਕਿਰਿਆ ਦਾ ਪ੍ਰਭਾਵ ਪੈਂਦਾ ਹੈ। ਦੇਖੋ ਬੱਚਿਓ, ਕਿਰਿਆ ਹੈ ਜੋ ਉਹ ਕਿਸੇ ਨਾ ਕਿਸੇ ਵਸਤੂ ਤੇ ਜਾਂ ਕਿਸੇ ਨਾ ਕਿਸੇ ਵਿਅਕਤੀ ਤੇ ਜਾਂ ਕਿਸੇ ਨਾ ਕਿਸੇ ਸਥਾਨ ਤੇ ਵਾਪਰੇਗੀ ਤਾਂ ਜਿਸ ਉੱਪਰ ਕਿਰਿਆ ਕੀਤੀ ਜਾਂਦੀ ਆ ਉਹ ਸ਼ਬਦ ਕਰਮ ਹੁੰਦਾ ਹੈ। ਹੁਣ ਇਸ ਦੀ ਪਛਾਣ ਕਿਵੇਂ ਹੋਵੇਗੀ ਸਾਨੂੰ? ਅਸੀਂ ਲਿਖਦੇ ਹਾਂ, ਦੋ ਵਾਕ ਲਿਖਦੇ ਹਾਂ ਅਸੀਂ ਬੇਟਾ। ਪਹਿਲਾ ਵਾਕ ਅਸੀਂ ਲਿਖਦੇ ਹਾਂ ਗੀਤਾ ਪੜ੍ਹਦੀ ਹੈ। ਤੇ ਦੂਜਾ ਵਾਕ ਅਸੀਂ ਲਿਖਦੇ ਹਾਂ ਗੀਤਾ ਕਿਤਾਬ ਪੜ੍ਹਦੀ ਹੈ। ਜਾਂ ਕੁਛ ਵੀ ਲਿਖ ਸਕਦੇ ਹਾਂ, ਅਖਬਾਰ ਪੜ੍ਹਦੀ ਹੈ। ਇੱਥੇ ਅਸੀਂ ਲਿਖਿਆ ਹੈ ਗੀਤਾ ਕਿਤਾਬ ਪੜ੍ਹਦੀ ਹੈ। ਹੁਣ ਪਹਿਲਾ ਵਾਕ ਹੈ ਗੀਤਾ ਪੜ੍ਹਦੀ ਹੈ। ਇਸ ਦੇ ਵਿੱਚ ਕਰਤਾ ਗੀਤਾ ਹੈ ਤੇ ਪੜ੍ਹਦੀ ਕਿਰਿਆ ਹੈ। ਪਰ ਕੀ ਪੜ੍ਹਦੀ ਹੈ ਇਹ ਨਹੀਂ ਪਤਾ ਚੱਲਦਾ। ਪੜ੍ਹਨ ਦੀ ਕਿਰਿਆ ਕਿਸ ਉੱਪਰ ਹੋ ਰਹੀ ਹੈ ਇਹ ਨਹੀਂ ਪਤਾ। ਦੂਜੇ ਵਾਕ ਦੇ ਵਿੱਚ ਕਿ ਗੀਤਾ ਕਿਤਾਬ ਪੜ੍ਹਦੀ ਹੈ, ਪੜ੍ਹਨ ਦੀ ਕਿਰਿਆ ਕਿਸ ਉੱਪਰ ਹੋ ਰਹੀ ਹੈ? ਕਿਤਾਬ ਉੱਤੇ। ਤਾਂ ਇੱਥੇ ਇਹ ਕਰਮ ਹੈ, ਇਹ ਕਿਰਿਆ ਹੈ ਤੇ ਇਹ ਕਰਤਾ ਹੈ। ਤਾਂ ਬੱਚਿਓ, ਜਿਸ ਵਾਕ ਦੇ ਵਿੱਚ ਕਰਮ ਹੋਵੇ ਉਹ ਸਾਡੀ ਕਿਰਿਆ ਹੋਵੇਗੀ, ਸਕਰਮਕ ਕਿਰਿਆ। ਤੇ ਜਿਸ ਵਾਕ ਦੇ ਵਿੱਚ ਕਰਮ ਨਾ ਹੋਵੇ ਉਹ ਸਾਡੀ ਕਿਰਿਆ ਹੋਵੇਗੀ ਅਕਰਮਕ ਕਿਰਿਆ। ਤਾਂ ਜੇ ਸਾਨੂੰ ਕਰਤਾ ਤੇ ਕਰਮ ਦੀ ਪਛਾਣ ਆ ਜਾਂਦੀ ਹੈ ਤਾਂ ਅਸੀਂ ਆਸਾਨੀ ਨਾਲ ਹੀ ਦੱਸ ਸਕਦੇ ਹਾਂ ਕਿ ਕਿਰਿਆ ਕਿਸ ਪ੍ਰਕਾਰ ਦੀ ਹੈ, ਅਕਰਮਕ ਜਾਂ ਸਕਰਮਕ। ਜੇ ਪਰਿਭਾਸ਼ਾ ਲਿਖਣੀ ਹੈ ਤਾਂ ਅਕਰਮਕ ਦੀ ਪਰਿਭਾਸ਼ਾ ਬਣੀ ਅਕਰਮਕ ਕਿਰਿਆ ਜਿਸ ਵਾਕ ਵਿੱਚ ਕਰਤਾ ਹੋਵੇ ਪਰ ਕਰਮ ਨਾ ਹੋਵੇ। ਉੱਥੇ ਅਕਰਮਕ ਕਿਰਿਆ ਹੁੰਦੀ ਹੈ। ਹੁੰਦੀ ਹੈ। ਜਿਵੇਂ ਮੀਂਹ ਪੈਂਦਾ ਹੈ, ਬੱਚੇ ਖੇਡ ਰਹੇ ਹਨ, ਜਾਂ ਫਿਰ ਸੁਰਜੀਤ ਖਾ ਰਿਹਾ ਸੀ।
ਤਾਂ ਇਹਨਾਂ ਵਾਕਾਂ ਦੇ ਵਿੱਚ ਜਿਹੜੀਆਂ ਕਿਰਿਆਵਾਂ ਨੇ ਪੈਂਦਾ, ਖੇਡ, ਖਾ, ਇਹ ਸਾਰੀਆਂ ਦੀਆਂ ਸਾਰੀਆਂ ਆਕਰਮਕ ਕਿਰਿਆ ਦੀਆਂ ਉਦਾਹਰਨਾਂ ਹਨ। ਬੱਚਿਓ, ਇੱਥੇ ਸਾਨੂੰ ਜੇ ਥੋੜ੍ਹਾ ਜਿਹਾ ਧਿਆਨ ਦਈਏ ਤਾਂ ਆਸਾਨੀ ਨਾਲ ਸਮਝ ਵੀ ਸਕਦੇ ਹਾਂ ਕਿ ਜੋ ਅਕਰਮਕ ਹੈ, ਇਹ ਇਸ ਸ਼ਬਦ ਦਾ ਜੇ ਅਸੀਂ ਥੋੜ੍ਹਾ ਜਿਹਾ ਦੇਖੀਏ ਤਾਂ ਇਹ ਹੈ ਅਕਰਮ, ਯਾਨੀ ਕਿ ਕਰਮ ਤੋਂ ਬਿਨਾਂ। ਤਾਂ ਇੱਥੋਂ ਵੀ ਸਪਸ਼ਟ ਹੋ ਜਾਂਦਾ ਹੈ ਕਿ ਜਿਸ ਵਾਕ ਦੇ ਵਿੱਚ ਕਿਰਿਆ ਕਰਮ ਨਹੀਂ ਹੁੰਦਾ, ਉੱਥੇ ਕਿਰਿਆ ਆਕਰਮਕ ਹੁੰਦੀ ਹੈ। ਅ ਹੈ ਜੋ ਉਹ ਬਿਨਾਂ ਦੀ ਨਿਸ਼ਾਨੀ ਹੈ। ਜਿਸ ਵੀ ਵਾਕ ਸ਼ਬਦ ਦੇ ਨਾਲ ਅ ਸ਼ਬਦ ਜੁੜਿਆ ਹੁੰਦਾ ਹੈ, ਉਹ ਬਿਨਾਂ ਦੀ ਨਿਸ਼ਾਨੀ ਹੁੰਦਾ ਹੈ। ਜਿਵੇਂ ਅਸਹਿ, ਜਿਹੜਾ ਸਹਿ ਨਾ ਹੋਵੇ, ਠੀਕ ਹੈ। ਅਟੁੱਟ, ਜੋ ਨਾ ਟੁੱਟੇ। ਇਸ ਤਰ੍ਹਾਂ ਕਰਮ ਜਿੱਥੇ ਕਰਮ ਆਕਰਮਕ, ਜਿੱਥੇ ਕਰਮ ਨਾ ਹੋਵੇ। ਤਾਂ ਨਾਮ ਤੋਂ ਵੀ ਸਪਸ਼ਟ ਹੈ ਕਿ ਜਿੱਥੇ ਕਰਮ ਨਹੀਂ ਹੁੰਦਾ, ਉੱਥੇ ਕਿਰਿਆ ਆਕਰਮਕ ਹੁੰਦੀ ਹੈ। ਇਸ ਤੋਂ ਅੱਗੇ ਹੈ ਸਕਰਮਕ ਕਿਰਿਆ। ਇਹ ਹੁਣ ਸਾਨੂੰ ਸਪਸ਼ਟ ਹੀ ਹੈ ਕਿ ਜਿੱਥੇ ਕਰਤਾ ਅਤੇ ਕਰਮ ਦੋਵੇਂ ਹੋਣ, ਉੱਥੇ ਬੱਚਿਓ ਕਿਰਿਆ ਸਕਰਮਕ ਹੁੰਦੀ ਹੈ। ਜਿਵੇਂ ਮੈਂ ਰੋਟੀ ਖਾਧੀ, ਪਿਤਾ ਜੀ ਸਮਾਨ ਲੈ ਕੇ ਆਏ, ਤੂੰ ਅਖਬਾਰ ਪੜ੍ਹਿਆ ਕਰ। ਇਹਨਾਂ ਵਾਕਾਂ ਵਿੱਚ ਖਾਧੀ, ਲੈ ਕੇ ਆਏ, ਪੜ੍ਹਿਆ ਕਿਰਿਆ ਦੀਆਂ ਉਦਾਹਰਨਾਂ ਹਨ। ਤੇ ਕਰਮ ਕੀ ਹੈ ਇੱਥੇ? ਕੀ ਖਾਧੀ? ਰੋਟੀ। ਕੀ ਲੈ ਕੇ ਆਏ? ਸਮਾਨ। ਕੀ ਪੜ੍ਹਿਆ ਕਰ? ਅਖਬਾਰ। ਤਾਂ ਇਹ ਜਿਹੜੇ ਗੋਲਾ ਕੀਤੇ ਹੋਏ ਸ਼ਬਦ ਨੇ, ਇਹ ਸਾਰੇ ਕਰਮ ਦੀ ਉਦਾਹਰਨ ਹਨ। ਤਾਂ ਇਹ ਸਾਰੇ ਵਾਕਾਂ ਵਿੱਚ ਕਰਤਾ ਅਤੇ ਕਰਮ ਦੋਨੋਂ ਲੱਗੇ ਹੋਏ ਹਨ, ਤਾਂ ਇਹ ਇੱਥੇ ਸਕਰਮਕ ਕਿਰਿਆ ਹੈ। ਇਹ ਸੀ ਬੱਚਿਓ ਆਪਣਾ ਕਿਰਿਆ ਅਤੇ ਇਸ ਦੀਆਂ ਕਿਸਮਾਂ ਬਾਰੇ। ਤੁਸੀਂ ਇਸ ਨੂੰ ਧਿਆਨ ਨਾਲ ਦੇਖਣਾ ਹੈ ਅਤੇ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਧੰਨਵਾਦ।